ਹਾਂਜੀ, ਡਿਡ ਮਾਈ ਫਾਦਰ ਸੈਂਡ ਯੂ ਟੂ ਵਾਚ ਦਿਸ ਵੀਡੀਓ? ਤੁਹਾਡੇ ਕੋਲ ਕਈ ਤਰ੍ਹਾਂ ਦੇ ਕੁਐਸਚਨ ਹੋਣਗੇ ਕਿ ਦੂਜੀ ਜਗ੍ਹਾ 'ਤੇ ਇੰਨੀ ਚੀਜ਼ ਮਹਿੰਗੀ ਕਿਉਂ ਆ, ਯਾਨੀ ਕਿ ਉੱਥੇ ਇਨਕਮ ਥੋੜ੍ਹੀ ਏ ਅਤੇ ਚੀਜ਼ਾਂ ਮਹਿੰਗੀਆਂ ਨੇ। ਇਹ ਸਾਰੀ ਚੀਜ਼ਾਂ ਮਤਲਬ ਕਿ ਹਰ ਇੱਕ ਕੰਟਰੀ ਦੇ ਅੰਦਰ ਇਹੀ ਚੀਜ਼ ਹੁੰਦੀ ਹੈ ਕਿ ਤੁਹਾਨੂੰ ਆਪਣਾ ਬਿੱਲ ਜਾਂ ਬੈਲੈਂਸ ਜਿਹੜਾ ਹੈਗਾ ਉਹ ਤੁਹਾਨੂੰ ਭਰਨਾ ਪੈਂਦਾ। ਥਿੰਗ ਇਜ਼ ਦੈਟ ਲਾਈਕ ਐਵਰੀ ਸਿੰਗਲ ਕੰਟਰੀ ਇੱਦਾਂ ਹੁੰਦੀ ਹੈ, ਬਟ ਕਈ ਜਗ੍ਹਾ 'ਤੇ ਇੱਦਾਂ ਹੁੰਦਾ ਕਿ ਤੁਹਾਨੂੰ ਚੀਜ਼ਾਂ ਫ੍ਰੀ ਸਰਕਾਰੀ ਤੌਰ 'ਤੇ ਮਿਲ ਜਾਂਦੀਆਂ, ਸਸਤੇ ਮਿਲ ਜਾਂਦੀਆਂ। ਮੇਨ ਥਿੰਗ ਇਜ਼ ਦੈਟ ਇੰਗਲੈਂਡ ਦੇ ਅੰਦਰ ਤੁਹਾਨੂੰ ਇੰਨੀਆਂ ਸਸਤੀਆਂ ਚੀਜ਼ਾਂ ਪਾਊਂਡ ਹਮੇਸ਼ਾ ਮਹਿੰਗਾ ਲੱਗਦਾ ਹੈ। ਜਿਹਦਾ ਮਤਲਬ ਆਪਾਂ ਕਹਿੰਦੇ ਨੇ ਕਿ ਗੱਲ ਸ਼ੁਰੂ ਹੁੰਦੀ ਹੈ ਕਿ ਕੋਪਸ ਤੋਂ। ਕੋਪਸ ਦਾ ਮਤਲਬ ਕਿ ਸਾਰਿਆਂ ਨਾਲੋਂ ਲੋ ਕਰੰਸੀ, ਲੋ ਜਿਹਦਾ ਮਤਲਬ ਕਿ ਮੰਨਿਆ ਜਾਂਦਾ ਉਹ ਇਹਨੂੰ ਮੰਨਿਆ ਜਾਂਦਾ। ਉਸ ਤੋਂ ਪਹਿਲਾਂ ਸ਼ੀਲਿੰਗ ਹੁੰਦੇ ਸੀਗੇ, ਸ਼ੀਲਿੰਗਸ ਜਿਹੜੇ ਹੁੰਦੇ ਆ ਨਾ, ਜਿਹਦਾ ਇਹ ਹੋ ਗਿਆ, ਇਹ ਕਿਹਦਾ ਬਣਿਆ? ਕੋਪਰ ਕਹਿ ਦਿੰਦੇ ਆਪਾਂ ਤੁਹਾਨੂੰ। ਅਤੇ ਉਸ ਤੋਂ ਬਾਅਦ ਇਹਨੂੰ ਕੀ ਕਹਿੰਦੇ ਆ? ਸਿਲਵਰ ਸਟੀਲ, 10 ਪੈਨੀਆਂ। ਉਸ ਤੋਂ ਬਾਅਦ 50 ਪੈਨੀ, ਥੋੜ੍ਹਾ ਜਿਹਾ ਸਾਈਜ਼ ਵੱਡਾ। ਅਤੇ ਫਿਰ ਆ ਜਾਂਦੀ ਗੱਲ ਪਾਊਂਡ ਦੇ ਉੱਤੇ। ਇਫ ਯੂ ਐਵਰ ਸੀ ਦਿਸ ਪਾਊਂਡ, 9 ਕੈਰੇਟ ਗੋਲਡ ਉੱਪਰ ਹੁੰਦਾ ਇਹਦੇ। ਇਹਨੂੰ ਜੂਲਰੀ ਮੰਨਿਆ ਜਾਂਦਾ ਪਾਊਂਡ ਨੂੰ। ਜੂਲਰੀ ਤਾਂ ਮੰਨਿਆ ਜਾਂਦਾ ਕਿ ਇੱਕ ਜਵੈਲਰ ਜਿਹੜਾ ਹੁੰਦਾ ਹੈ ਉਹਦਾ ਕਿੰਨਾ ਜ਼ੋਰ ਲੱਗਦਾ ਹੈ ਇੱਕ ਕੋਇਨ ਬਣਾਉਣ ਨੂੰ। ਅਤੇ ਇਹਦੀ ਤੁਸੀਂ 1 ਪਾਊਂਡ ਦੀ ਡਰਿੰਕ ਲੈ ਕੇ ਪੀਂਦੇ ਆ, ਜਿਹੜੀ ਕਿ ਦੂਜੀ ਕੰਟਰੀਆਂ 'ਚ ਤੁਹਾਨੂੰ 20 ਰੁਪਏ ਜਾਂ 30 ਰੁਪਏ ਦੀ ਮਿਲ ਜਾਂਦੀ ਹੈ। ਇੰਡੀਆ 'ਚ ਜਿੱਦਾਂ 20-30 ਰੁਪਏ ਦੀ ਮਿਲ ਗਈ, ਉੱਥੇ ਸਿਲਵਰ ਤੋਂ ਪਹਿਲਾਂ ਸ਼ੁਰੂ ਹੁੰਦਾ। ਅਗਰ ਤੁਸੀਂ ਇਹਨੂੰ ਉੱਦਾਂ ਹੀ ਗੋਲਡ ਦਾ, ਯਾਨੀ ਕਿ ਯੂਰਪ ਦੇ ਅੰਦਰ, ਜਾਂ ਫਿਰ ਆਪਾਂ ਕਹਿ ਦਿੰਦੇ ਆ ਜਿੱਦਾਂ ਇਹ ਪਾਊਂਡ ਹੋ ਗਏ, ਯੂਰਪ ਦੇ ਅੰਦਰ ਯੂਰੋ ਚੱਲਦੇ ਆ, ਉੱਥੇ ਇਹ ਵੀ ਗੋਲਡ ਦੇ ਹੈਗੇ ਆ, ਇੱਦਾਂ ਹੀ ਗੋਲਡ ਦੇ ਹੈਗੇ ਆ। ਪਰ ਲਾਈਕ ਦੈਟ ਇੱਥੇ 9 ਕੈਰੇਟ ਗੋਲਡ ਉੱਤੇ ਜਿਹੜਾ ਹੈ ਇਹਨੂੰ ਜੁਐਲਰਸ ਬਣਾਉਂਦੇ ਆ ਹਮੇਸ਼ਾ। ਸਪੈਸ਼ਲੀ ਜਿੱਦਾਂ ਆਪਾਂ ਕਹਿ ਦਿੰਦੇ ਕਿ ਜਿਹੜੇ ਨਵੇਂ ਸਟੂਡੈਂਟ ਹੁੰਦੇ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਵਿਹਲੇ ਟਾਈਮ ਦੇ ਉੱਤੇ ਤੁਸੀਂ ਇਹ ਬਣਾ ਸਕਦੇ ਆ ਕਿ ਪਾਊਂਡ, ਜਿਹੜੇ ਪੁਰਾਣੇ ਕੋਇਨ ਹੁੰਦੇ ਆ ਉਹਨਾਂ ਨੂੰ ਰੀਨਿਊ ਕਰ ਸਕਦੇ ਆ, ਨਵੇਂ ਕੋਇਨ ਬਣਾ ਕੇ ਜਿੱਦਾਂ ਤੁਸੀਂ ਅੱਗੇ ਦੇ ਸਕਦੇ ਆ। ਤੁਸੀਂ ਆਪਣੀ ਮਰਜ਼ੀ ਦਾ ਕੋਇਨ ਬਣਾ ਸਕਦੇ ਆ, ਬਟ ਮੇਨ ਥਿੰਗ ਇਜ਼ ਦੈਟ ਲਾਈਕ ਦੈਟ ਇੱਕ ਸਾਈਡ 'ਤੇ ਕੁਈਨ ਐਲਿਜ਼ਾਬੈਥ ਦੀ ਫੋਟੋ ਜ਼ਰੂਰ ਹੋਣੀ ਚਾਹੀਦੀ ਹੈ, ਅਤੇ ਦੂਜੀ ਸਾਈਡ ਦੇ ਉੱਤੇ ਤੁਸੀਂ ਆਪਣੀ ਮਰਜ਼ੀ ਦਾ ਡਿਜ਼ਾਈਨ ਬਣਾ ਸਕਦੇ ਆ। ਇਹਨੂੰ ਜੁਐਲਰੀ ਕਹਿੰਦੇ ਆ, ਜਿਹਨੂੰ ਆਪਾਂ ਕਹਿ ਦਿੰਦੇ ਕਿ ਨਵੇਂ ਲੋਕ ਜਿਹੜੇ ਲੈਂਦੇ ਨੇ ਉਹ 50-50 ਰੁਪਏ, 50 ਪਾਊਂਡ ਦਾ ਇੱਕ ਕੋਇਨ ਲੈ ਕੇ ਅਤੇ ਅੱਗੇ ਵਰਤ ਦਿੱਤਾ, ਜਿਹਦਾ ਮਤਲਬ ਕਿ ਬਣਵਾ ਕੇ ਆਪਾਂ ਸਪੈਸ਼ਲੀ ਕਹਿ ਦਿੰਦੇ ਆ ਕਿ ਹੁਣ ਜਾਂ ਮੇਰੇ ਕੋਲ 2-3 ਮੇਰੇ ਕੋਲ ਹੋਣ ਪੈਸੇ ਕਿ ਜਿੱਦਾਂ ਆਪਾਂ ਕਹਿੰਦੇ ਕਿ 100 ਪਾਊਂਡ ਦਾ ਇੱਕ, ਇਹ 100 ਪਾਊਂਡ ਖਰਚਾ ਆਉਂਦਾ ਇੱਕ 'ਤੇ ਬਣਾਉਣ 'ਤੇ। ਬਾਕੀ ਜਿਹਦਾ ਉੱਤੇ ਉਹ ਵੀ ਲੱਗਦਾ ਵਾ, ਜਿਹੜਾ ਮੈਟਲ ਹੈ ਥਿੰਗਸ ਲਾ ਕੇ, ਉਹਦੇ ਵੀ ਪੈਸੇ ਜਿੱਦਾਂ ਹੁੰਦੇ ਆ। ਅਤੇ ਆਪਾਂ ਕਹਿ ਦਿੰਦੇ ਕਿ ਚੱਲ ਠੀਕ ਹੈ, ਇੱਕ ਪੁਰਾਣਾ ਕੋਇਨ ਲਿਆ ਅਤੇ ਉਹ ਲੈ ਕੇ ਅਤੇ ਮੈਂ ਉਹਦਾ ਰੀਨਿਊ ਕਰਾ ਦਿੱਤਾ, ਅਤੇ ਉਹਦੇ ਪਿੱਛੇ ਕੁਛ NHS ਲਿਖਾ ਦਿੱਤਾ। NHS ਹੈਲਥ ਜਿਹੜੀ ਹੁੰਦੀ ਹੈ ਕਿ ਉਹ ਕੋਇਨ ਜਿੱਦਾਂ ਚਲਾਉਣਾ ਹੈ। ਅਤੇ ਇੱਕ ਸਾਈਡ 'ਤੇ ਕੁਈਨ ਐਲਿਜ਼ਾਬੈਥ, ਕਿਉਂਕਿ ਸਰਕਾਰੀ ਖਾਤਾ ਹੁੰਦਾ ਹੈ ਕਿ ਇਹ ਪੈਸਾ ਉੱਪਰੋਂ ਆਉਂਦਾ। ਅਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਕਿ ਨੋਟ, ਜਿਹੜਾ ਨੋਟ ਹੁੰਦਾ ਹੈ, ਨੋਟ ਇੱਕ ਸਾਈਡ 'ਤੇ ਕੁਈਨ ਐਲਿਜ਼ਾਬੈਥ ਅਤੇ ਦੂਜੀ ਸਾਈਡ ਦੇ ਉੱਤੇ ਆਹ ਜਿਹੜੀ ਰਾਣੀ ਸੀ ਪੁਰਾਣੀ, ਜਿੱਦਾਂ ਇਹਨੇ ਜਿਹੜਾ ਫੂਡ ਨਹੀਂ ਹੁੰਦਾ ਸਟਿਊ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਟਿਊ ਅਤੇ ਬ੍ਰੈਡ, ਇਹ ਬਣਾਇਆ ਸੀਗਾ ਖਾਣ ਵਾਸਤੇ। ਜਿਹਦਾ ਮਤਲਬ ਕਿ ਇੱਥੇ ਇਹਦਾ ਨਾਮ ਤਾਂ ਚੱਲਦਾ। ਅਤੇ ਇੱਕ ਸਾਈਡ 'ਤੇ ਆਹ ਹੋ ਗਿਆ ਜਿਹਦਾ ਆਪਾਂ ਕਹਿ ਦਿੰਦੇ ਹਾਂ 20 ਪਾਊਂਡ ਦਾ ਨੋਟ, ਅਤੇ ਦੂਜੀ ਸਾਈਡ ਦੇ ਉੱਤੇ ਫੋਟੋ ਹੈ ਉਸ ਬੰਦੇ ਦੀ ਜਿਹਨੇ ਇੰਜਨ ਬਣਾਇਆ ਸੀਗਾ ਪਹਿਲਾਂ। ਠੀਕ ਹੈ, ਇਹਨਾਂ ਨੂੰ ਰਾਜਿਆਂ ਦੀ ਸ਼੍ਰੇਣੀ ਦੇ ਵਿੱਚ ਮੰਨਿਆ ਜਾਂਦਾ, ਯਾਨੀ ਕਿ ਆਪਣਾ ਇਹਨਾਂ ਦਾ ਨਾਮ ਚੱਲਦਾ ਹੈ, ਯਾਨੀ ਕਲੈਵਰ ਸੀਗੇ ਆਪਣੇ ਟਾਈਮ ਦੇ ਅੰਦਰ। ਥਿੰਗ ਇਜ਼ ਦੈਟ ਅਤੇ ਇਹਨਾਂ ਦੇ ਇੱਥੇ ਇੱਕ 20 ਪਾਊਂਡ, ਜਿੱਦਾਂ 10 ਪਾਊਂਡ ਦਾ ਇੱਥੇ ਕਰਕੇ ਆਉਂਦਾ ਇੱਕ, ਜਿੱਦਾਂ ਪਰਪਲ ਦਾ ਹੁੰਦਾ ਜਿੱਦਾਂ ਇਸ ਰੰਗ ਦਾ 10 ਪਾਊਂਡ ਹੋ ਗਿਆ। ਇਹਦੇ ਵੀ 20 ਪਾਊਂਡ ਜਦੋਂ ਲਾਈਟ ਪਰਪਲ ਦੇ ਥੱਲੇ ਲਾਈ ਦੀ ਹੁੰਦੀ ਹੈ ਉਹ ਲਾਈਟ ਅਪ ਹੋ ਜਾਂਦਾ। ਮਤਲਬ ਕਿ ਜਿਹੜੇ ਆ ਕੋਇਨਸ ਨਹੀਂ ਹੋ ਗਏ, ਕੋਇਨਸ ਲੋਕਾਂ ਦੇ ਹੱਥਾਂ 'ਚੋਂ ਨਿਕਲਦੇ ਆ, ਇਹ ਜਿਹੜਾ ਕੋਇਨ ਇਕੱਠਾ ਕਰਕੇ, ਜਿਹਦਾ ਮਤਲਬ ਕਿ ਇਹਨਾਂ ਦੇ ਉੱਤੇ ਜਿਹੜੀ ਮੈਲ ਲਾਉਂਦੇ ਆ, ਇਹਨਾਂ ਨੂੰ ਦੁਬਾਰਾ ਸਾਫ਼ ਕਰਦੇ ਆ, ਉਹ ਮੈਲ ਦਾ ਇਹ ਨੋਟ ਦੇ ਉੱਤੇ 20 ਪਾਊਂਡ ਬਣਾ ਕੇ ਛਾਪਿਆ ਜਾਂਦਾ। ਇਹ ਸਾਰੀ ਹੱਥ ਨਾਲ ਬਣਾਈ ਡਰਾਇੰਗ ਆ ਕਿਸੇ ਦੀ, ਹੱਥ ਨਾਲ, ਜਾਂ ਇਹਨੂੰ ਫੀਲ ਕਰੇਗਾ ਉੱਤੇ ਜਿਹੜਾ ਲਿਖਿਆ ਹੁੰਦਾ ਇਹ ਹੱਥ ਨਾਲ ਬਣਾਉਂਦੇ ਆ, ਇਹ ਡਰਾਇੰਗ ਕਹਿੰਦੇ ਆ ਇਹਨੂੰ ਸਪੈਸ਼ਲੀ। ਅਤੇ ਇੰਨਾ ਐਕਸਪੈਂਸਿਵ ਤਾਂ ਹੁੰਦਾ ਕਿ ਘੱਟ ਤੋਂ ਘੱਟ 20 ਕੋਇਨ ਹੁੰਦੇ ਨੇ, ਜਿਹੜੇ 20 ਕੋਇਨਸ ਇਹ ਵਾਲੇ, ਇਹਨਾਂ ਦੇ ਉੱਤੇ ਹੱਥ ਦੀ ਮੈਲ ਜਿਹੜੀ ਲਾ ਕੇ ਉਹ ਇਹਦੇ 'ਤੇ ਰੱਖੀ ਜਾਂਦੀ, ਤਾਂ ਕਰਕੇ ਉਹ ਲਾਈਟ ਅਪ ਹੁੰਦਾ ਪਰਪਲ ਦੇ ਅੰਦਰ। ਮੈਂ ਸ਼ਾਵਰ ਨਹੀਂ ਲਿਆ ਘੱਟ ਤੋਂ ਘੱਟ ਪਤਾ ਨਹੀਂ ਕਿੰਨੇ ਦਿਨ ਹੋ ਗਏ ਆ, ਅਤੇ ਮੇਰੀ ਸਕਿਨ ਵੀ ਇੱਦਾਂ ਲੱਗਦੀ ਹੋਣੀ ਹੈ ਜਿੱਦਾਂ ਸ਼ਾਇਦ ਤੁਸੀਂ ਵੇਖੋ ਤੇ, ਬਿਕੋਜ਼ ਹੋ ਜਾਂਦੀਆਂ ਥਿੰਗਸ ਹੁੰਦੀਆਂ ਜਦੋਂ ਤੁਸੀਂ ਪੇਪਰ ਦੇ ਨਾਲ ਕਰਦੇ ਨਾ, ਜਿੱਦਾਂ ਤੁਹਾਨੂੰ ਪਤਾ ਹੀ ਹੋਣਾ ਪਾਣੀ ਨਾਲ ਸਾਫ਼ ਕਰਿਆ ਕਰੋ। ਗੱਲ ਤਾਂ ਕਿ ਕਿਉਂਕਿ ਮੈਂ ਹਰ ਕਿਸੇ ਨੂੰ ਐਕਸੀਡੋਰ ਦੇਈ ਜਾਂਦਾ ਵਾਂ। ਚਲੋ ਠੀਕ ਹੈ, ਜਿੱਦਾਂ ਵੀ ਗੱਲ ਹੈਗੀ ਆ। ਅਤੇ ਆਪਾਂ ਇਹ ਕਹਿ ਦਿੰਦੇ ਕਿ ਥਿੰਗ ਇਜ਼ ਦੈਟ ਜਿਹੜੇ ਕੋਇਨਸ ਹੁੰਦੇ ਨੇ, ਕਿ ਅਗਰ ਤੁਸੀਂ ਦੂਜੀ ਕੰਟਰੀ ਦੇ ਅੰਦਰ ਵੀ ਇੱਦਾਂ ਬਣਾਓਗੇ, ਜਿੱਦਾਂ ਆਪਾਂ ਕਹਿ ਦਿੰਦੇ ਕਿ ਇੱਥੇ ਪਲਾਸਟਿਕ 'ਤੇ ਚੱਲਦੇ, ਕਿਉਂਕਿ ਪਾਣੀ ਦੇ ਪੈਂਟ ਦੇ ਅੰਦਰ ਰਹਿ ਜਾਂਦੇ ਆ ਧੋਣ ਤਾਣ ਕਰਕੇ, ਫਿਰ ਜਿੱਦਾਂ ਮਤਲਬ ਕਿ ਨੋਟ ਨਾ ਖਰਾਬ ਹੋਵੇ ਅਤੇ ਇਹ ਬਣਾ ਦਿੰਦੇ ਆ ਇੱਦਾਂ ਪਲਾਸਟਿਕ ਦੇ, ਹੈ ਨਾ।
ਜਿਹੜੇ ਕੋਇਨਸ ਅਗਰ ਇੰਡੀਆ ਦੇ ਵਿੱਚ ਵੀ ਤੁਸੀਂ ਇੱਦਾਂ ਚਲਾਓ ਤੇ ਅਗਰ ਤੁਸੀਂ ਦੂਜੀ ਕੰਟਰੀ ਦੇ ਅੰਦਰ ਸਿਲਵਰ ਤੋਂ ਨਾ ਸ਼ੁਰੂ ਕਰੋ ਤੇ ਇਹ ਜਿਹੜੇ ਤੁਹਾਡੀ ਪ੍ਰਾਈਸ ਜਿਹੜੀ ਹੁੰਦੀ ਹੈ ਉਹ ਵੀ ਇੱਦਾਂ ਹੁੰਦੀ ਹੈ ਕਿ ਹਾਂ ਵੀ ਲੋਕਾਂ ਨੂੰ ਚੀਜ਼ਾਂ ਸਸਤੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਉੱਥੇ। ਇਹਨੂੰ ਕਹਿੰਦੇ ਆ ਕਿ ਦੈਨ ਮੇਕ ਮੀ ਫੀਲ ਮੋਰ ਹੈਪੀ ਅਬਾਊਟ ਲਾਈਕ ਥਿੰਗਸ ਲਾ ਇੱਦਾਂ ਹੁੰਦਾ ਹੈ। ਪਰ ਉਹਦੇ ਆਪਣੇ ਹੁੰਦੇ ਆ, ਜਿੱਦਾਂ ਹੁਣ ਕਹਿੰਦੇ ਨੇ ਕਿ ਹੁਣ ਇੰਡੀਆ 'ਚ 100 ਰੁਪਈਆ ਇੱਥੋਂ ਦਾ 1 ਪਾਉਂਡ। ਅਗਰ ਤੁਸੀਂ ਇਹੀ ਕੋਇਨ ਉੱਥੇ ਬਣਾਓਗੇ ਇੱਦਾਂ ਦੇ ਤੇ ਉਹਨਾਂ ਦੀ ਪ੍ਰਾਈਸ ਘੱਟ ਤੋਂ ਘੱਟ 30-40% ਜਿੱਦਾਂ ਮਤਲਬ ਕਿ ਆ ਜਾਣੀ, ਯਾਨੀ 30 ਰੁਪਏ ਹੋ ਜਾਣਾ ਉੱਥੇ ਹੀ 1 ਪਾਉਂਡ, ਕਿਉਂਕਿ ਇੱਥੇ ਪਹਿਲਾਂ ਚੱਲਿਆ ਸੀਗਾ। ਗੱਲ ਇਹ ਹੈ ਯੂਰੋ ਬਾਅਦ 'ਚੋਂ ਚੱਲਿਆ। ਅਗਰ ਤੁਸੀਂ ਬਣਾਓਗੇ ਤਾਂ ਤੁਹਾਨੂੰ ਇਹ ਆਪ ਨੂੰ ਪਤਾ ਹੋਏਗਾ ਕਿ ਹਾਂ ਵੀ ਇੱਦਾਂ ਦੀ ਗੱਲਾਂ ਹੋ ਜਾਂਦੀਆਂ। ਚਲੋ ਠੀਕ ਹੈ, ਜਿੱਦਾਂ ਵੀ ਗੱਲ ਹੈਗੀ ਆ, ਇਕਨੋਮਿਕ ਦਾ ਹਿਸਾਬ ਲਾ ਕੇ ਹੁੰਦਾ ਵਾ, ਠੀਕ ਹੈ।